ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜੀਵਨ ਕਾਲ ਬਹੁਤ ਲੰਮਾ ਨਹੀਂ ਸੀ, ਪਰ ਉਹ ਘਟਨਾਵਾਂ ਨਾਲ ਭਰਪੂਰ ਸੀ। ਨੇਕੀ ਨੂੰ ਬਚਾਉਣਾ ਅਤੇ ਬਦੀ ਨੂੰ ਨਸ਼ਟ ਕਰਨਾ ਹੀ ਗੁਰੂ ਪਿਤਾ ਜੀ ਦੇ ਜੀਵਨ ਦਾ ਮਨੋਰਥ ਸੀ। ਐਸੇ ਸੋਚ ਦੇ ਚਲਦਿਆਂ ਗੁਰੂ ਪਾਤਸ਼ਾਹ ਜੀ ਨੂੰ ਆਪਣੇ ਜੀਵਨ ਕਾਲ ਅੰਦਰ 14 ਜੰਗਾਂ ਨਾਲ ਜੂਝਣਾ ਪਿਆ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੁਆਰਾ ਲੜੀਆਂ ਗਈਆਂ 14 ਜੰਗਾਂ ਵਿੱਚੋਂ 3 ਜੰਗਾਂ ਇਕੱਲੇ ਮੁਗਲਾਂ ਦੇ ਖਿਲਾਫ ਸਨ ਤੇ ਬਾਕੀ ਜੰਗਾਂ ਇਕੱਲੇ ਹਿੰਦੂ ਪਹਾੜੀ ਰਾਜਿਆਂ ਜਾਂ ਹਿੰਦੂ ਅਤੇ ਮੁਸਲਮਾਨ ਹਾਕਮਾਂ ਨਾਲ ਰਲ ਕੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਪਹਿਲੀ ਜੰਗ 1687 ਈਸਵੀ ਵਿੱਚ ਪਾਉਂਟਾ ਸਾਹਿਬ ਤੋਂ 6 ਮੀਲ ਉੱਤਰ ਵੱਲ ਭੰਗਾਣੀ ਦੇ ਸਥਾਨ ਤੇ ਹੋਈ। ਇਸ ਜੰਗ ਵਿੱਚ ਕਹਿਲੂਰ ਦੇ ਰਾਜੇ ਭੀਮ ਚੰਦ ਨੇ ਦਰਜਨ ਤੋਂ ਵੀ ਵੱਧ ਪਹਾੜੀ ਹਿੰਦੂ ਰਾਜਿਆਂ ਨੂੰ ਇਕੱਠੇ ਕਰਕੇ ਗੁਰੂ ਪਿਤਾ ਜੀ ਉੱਤੇ ਹਮਲਾ ਕਰ ਦਿੱਤਾ। ਇਸ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਭੂਆ ਜੀ ਬੀਬੀ ਵੀਰੋ ਜੀ ਦੇ 5 ਪੁੱਤਰਾਂ ਨੇ ਤੇ ਮਾਮਾ ਜੀ ਕਿਰਪਾਲ ਚੰਦ ਜੀ ਨੇ ਵੀ ਹਿੱਸਾ ਲਿਆ ਸੀ। ਪੀਰ ਬੁੱਧੂ ਸ਼ਾਹ ਜੀ ਦੇ 4 ਪੁੱਤਰ, 2 ਭਰਾ ਅਤੇ 700 ਮੁਰੀਦ ਵੀ ਇਸ ਜੰਗ ਵਿੱਚ ਸ਼ਾਮਲ ਹੋਏ ਸਨ। ਭੰਗਾਣੀ ਦੀ ਇਸ ਜੰਗ ਵਿੱਚ ਅਨੇਕਾਂ ਸਿੰਘਾਂ ਦੇ ਨਾਲ ਬੀਬੀ ਵੀਰੋ ਜੀ ਦੇ 2 ਪੁੱਤਰ, ਪੀਰ ਬੁੱਧੂ ਸ਼ਾਹ ਜੀ ਦੇ 2 ਪੁੱਤਰ ਤੇ ਅਨੇਕਾਂ ਮੁਰੀਦ ਸ਼ਹੀਦ ਹੋਏ ਸਨ। ਅਖੀਰ ਸਖਤ ਮੁਕਾਬਲੇ ਤੋਂ ਬਾਅਦ ਪਹਾੜੀ ਹਿੰਦੂ ਰਾਜਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਗੁਰੂ ਪਿਤਾ ਜੀ ਦਾ ਦੂਜਾ ਯੁੱਧ 1691 ਈਸਵੀ ਵਿੱਚ ਹੋਇਆ। ਜੰਮੂ ਦੇ ਮੁਗਲ ਸੂਬੇਦਾਰ ਨੇ ਜਦੋਂ ਆਪਣੇ ਜਰਨੈਲ ਆਲਿਫ ਬੇਗ ਨੂੰ ਹਿੰਦੂ ਪਹਾੜੀ ਰਾਜਿਆਂ ਤੋਂ ਜਬਰੀ ਕਰ ਵਸੂਲੀ ਕਰਨ ਲਈ ਭੇਜਿਆ ਤਾਂ ਕੁਝ ਪਹਾੜੀ ਰਾਜਿਆਂ ਨੇ ਤਾਂ ਕਰ ਦੇਣਾ ਮੰਨ ਲਿਆ, ਪਰ ਕਹਿਲੂਰ ਦੇ ਹਿੰਦੂ ਰਾਜਾ ਭੀਮ ਚੰਦ ਨੇ ਅਜਿਹਾ ਕਰਨੋਂ ਨਾ ਕਰ ਦਿੱਤੀ। ਇਸ ਸਥਿਤੀ ਵਿੱਚ ਰਾਜਾ ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਆਲਿਫ ਬੇਗ ਵਿਰੁੱਧ ਆਪਣੀ ਮਦਦ ਕਰਨ ਲਈ ਬੇਨਤੀ ਕੀਤੀ। ਭਾਵੇਂ ਭੰਗਾਣੀ ਦਾ ਯੁੱਧ ਕਰਵਾਉਣ ਪਿੱਛੇ ਐਸੇ ਰਾਜਾ ਭੀਮ ਚੰਦ ਦੀ ਮੁੱਖ ਜ਼ਿੰਮੇਵਾਰੀ ਸੀ, ਪਰ ਗੁਰੂ ਪਿਤਾ ਜੀ ਨੇ ਫਿਰ ਵੀ ਉਸ ਦੀ ਮਦਦ ਕੀਤੀ। ਇਹ ਜੰਗ ਮੌਜੂਦਾ ਹਿਮਾਚਲ ਪ੍ਰਦੇਸ਼ ਵਿੱਚ ਨਦੌਣ ਦੇ ਸਥਾਨ ਤੇ ਹੋਈ, ਜਿਸ ਵਿੱਚ ਆਲਿਫ ਬੇਗ ਦੀ ਹਾਰ ਹੋਈ। 1696 ਈਸਵੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੇ ਕਬਜ਼ਾ ਕਰਨ ਦੀ ਮਨਸ਼ਾ ਨਾਲ ਇੱਕ ਉੱਚ ਫੌਜੀ ਅਫਸਰ ਦਿਲਾਵਰ ਖਾਨ ਨੇ ਆਪਣੇ ਪੁੱਤਰ ਰੁਸਤਮ ਖਾਨ ਨੂੰ ਵੱਡੀ ਸੈਨਾ ਦੇ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵਿਰੁੱਧ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਮਲਾ ਕਰਨ ਲਈ ਭੇਜਿਆ। ਗੁਰੂ ਪਿਤਾ ਜੀ ਨੇ ਬਚਿੱਤਰ ਨਾਟਕ ਵਿੱਚ ਰੁਸਤਮ ਖਾਨ ਨੂੰ ਖਾਨਜ਼ਾਦਾ ਕਰਕੇ ਲਿਖਿਆ ਹੈ। ਖਾਨਜ਼ਾਦਾ ਦੀ ਇਹ ਯੋਜਨਾ ਸੀ ਕਿ ਰਾਤ ਵੇਲੇ ਅਚਾਨਕ ਹਮਲਾ ਕਰਕੇ ਸ੍ਰੀ ਅਨੰਦਪੁਰ ਸਾਹਿਬ ਤੇ ਕਬਜ਼ਾ ਕਰ ਲਿਆ ਜਾਵੇ, ਪਰ ਉਸ ਦੀ ਆਮਦ ਦੀ ਭਿਣਕ ਪੈਣ ਤੇ ਸਿੰਘਾਂ ਨੇ ਹਮਲਾਵਰਾਂ ਦੇ ਟਾਕਰੇ ਲਈ ਪਹਿਲਾਂ ਹੀ ਅੱਗੇ ਆ ਕੇ ਮੋਰਚੇ ਸੰਭਾਲ ਲਏ। ਇਹ ਵੇਖਦੇ ਹੋਏ ਖਾਨਜ਼ਾਦਾ ਬਿਨਾਂ ਲੜਿਆਂ ਹੀ ਵਾਪਸ ਪਰਤ ਗਿਆ। ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਤੀਜੇ ਯੁੱਧ ਦੇ ਅਸਾਰ ਉਦੋਂ ਬਣੇ ਜਦੋਂ 1699 ਈਸਵੀ ਵਿੱਚ ਖਾਲਸੇ ਦੀ ਸਿਰਜਣਾ ਤੋਂ ਬਾਅਦ ਸਿੰਘਾਂ ਵਿੱਚ ਭਰਪੂਰ ਜੋਸ਼ ਸੀ। ਅੰਮ੍ਰਿਤ ਛਕਣ ਤੋਂ ਬਾਅਦ ਜਿੱਥੇ ਵੀ ਸਿੰਘ ਪਹੁੰਚਦੇ ਆਮ ਲੋਕ ਆਪਣੇ ਆਪ ਨੂੰ ਬੜਾ ਸੁਰੱਖਿਅਤ ਸਮਝਦੇ, ਕਿਉਂਕਿ ਸਿੰਘ ਨਾ ਕਿਸੇ ਤੋਂ ਡਰਦੇ ਸਨ ਤੇ ਨਾ ਹੀ ਕਿਸੇ ਨੂੰ ਡਰਾਉਂਦੇ ਸਨ। ਸਿੰਘਾਂ ਦੀ ਚੜ੍ਹਤ ਦਿਨੋਂ ਦਿਨ ਵੱਧਦੀ ਜਾ ਰਹੀ ਸੀ, ਪਰ ਪਹਾੜੀ ਹਿੰਦੂ ਰਾਜੇ ਸਿੰਘਾਂ ਦੀ ਇਸ ਚੜ੍ਹਤ ਤੋਂ ਖਾਰ ਖਾਂਦੇ ਸਨ ਤੇ ਉਹਨਾਂ ਨੇ ਅੰਮ੍ਰਿਤ ਛਕਾਉਣ ਵਾਲੀ ਘਟਨਾ ਨੂੰ ਆਪਣੇ ਵਿਰੁੱਧ ਸਮਝਿਆ, ਜਿਸ ਤੋਂ ਬਾਅਦ ਹਿੰਦੂ ਪਹਾੜੀ ਰਾਜਿਆਂ ਨੇ ਸਰਹੰਦ ਅਤੇ ਲਾਹੌਰ ਦੇ ਹਾਕਮਾਂ ਕੋਲ ਗੁਰੂ ਪਿਤਾ ਜੀ ਦੇ ਵਿਰੁੱਧ ਚੁਗਲੀ ਕਰ ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਉੱਤੇ ਹਮਲਾ ਕਰਨ ਲਈ ਉਕਸਾਇਆ। ਸਿੱਟੇ ਵਜੋਂ ਸ੍ਰੀ ਅਨੰਦਪੁਰ ਸਾਹਿਬ ਉੱਤੇ ਹਮਲਾ ਕਰਨ ਲਈ ਇੱਕ ਭਾਰੀ ਫੌਜ ਨੇ ਚੜ੍ਹਾਈ ਕਰ ਦਿੱਤੀ। ਵੈਰੀਆਂ ਦਾ ਇਹ ਹਮਲਾ ਬੜਾ ਭਿਆਨਕ ਸੀ। ਇਸ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਭ ਤੋਂ ਵੱਡੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਨੇ ਵੀ ਆਪਣੇ ਜੌਹਰ ਵਿਖਾਏ ਸਨ। ਸਿੰਘਾਂ ਦੇ ਜੋਸ਼ ਅੱਗੇ ਪਹਾੜੀ ਸੈਨਾ ਟਿਕ ਨਾ ਸਕੀ ਤੇ ਦੁਸ਼ਮਣ ਫੌਜ ਹਾਰ ਖਾ ਕੇ ਪਿੱਛੇ ਨੂੰ ਮੁੜ ਗਈ। ਗੁਰੂ ਪਿਤਾ ਜੀ ਦੇ ਜੀਵਨ ਕਾਲ ਦੀ ਚੌਥੀ ਜੰਗ ਉਸ ਵੇਲੇ ਹੋਈ ਜਦੋਂ ਖਾਲਸਾ ਪੰਥ ਦੀ ਸਿਰਜਣਾ ਤੋਂ ਬਾਅਦ ਹੋਈ ਸ੍ਰੀ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਗੁਰੂ ਪਿਤਾ ਜੀ ਹੱਥੋਂ ਹੋਈ ਹਾਰ ਤੋਂ ਪਹਾੜੀ ਰਾਜੇ ਬਹੁਤ ਦੁਖੀ ਸਨ, ਜਿਸ ਕਰਕੇ ਉਹਨਾਂ ਨੇ 1700 ਈਸਵੀ ਵਿੱਚ ਇੱਕ ਵਾਰ ਫੇਰ ਸ੍ਰੀ ਅਨੰਦਪੁਰ ਸਾਹਿਬ ਉੱਪਰ ਹੱਲਾ ਬੋਲ ਦਿੱਤਾ। ਇਸ ਵਾਰ ਪਹਾੜੀ ਰਾਜਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਪਾਸੋਂ ਸ੍ਰੀ ਅਨੰਦਪੁਰ ਸਾਹਿਬ ਵਾਲੀ ਜ਼ਮੀਨ ਦਾ ਕਿਰਾਇਆ ਵੀ ਮੰਗਿਆ, ਜਿਸ ਤੇ ਗੁਰੂ ਪਿਤਾ ਜੀ ਨੇ ਉੱਤਰ ਦਿੰਦਿਆਂ ਹੋਇਆਂ ਕਿਹਾ ਕਿ ਅਨੰਦਪੁਰ ਸਾਹਿਬ ਵਾਲੀ ਸਾਰੀ ਜ਼ਮੀਨ ਸਾਡੇ ਪਿਤਾ ਜੀ ਨੇ ਮੁੱਲ ਖਰੀਦੀ ਸੀ, ਇਸ ਲਈ ਕਿਰਾਇਆ ਦੇਣ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਜੇ ਫੇਰ ਵੀ ਤੁਸੀਂ ਜਬਰਨ ਪੈਸੇ ਵਸੂਲਣੇ ਚਾਹੁੰਦੇ ਹੋ ਤਾਂ ਇਸ ਦਾ ਹਿਸਾਬ ਮੈਦਾਨੇ ਜੰਗ ਵਿੱਚ ਹੀ ਹੋਵੇਗਾ। ਗੁਰੂ ਪਿਤਾ ਜੀ ਦੇ ਵਿਰੁੱਧ ਹੋਈ ਇਸ ਜੰਗ ਵਿੱਚ ਕਹਿਲੂਰ,
कांगड़ा, कुल्लू, कैथल, मंडी, जम्मू, नूरपुर, चंपा, गुलेर, गढ़वाल, बिजरवाल, डरौली, डडवाल आदि ਥਾਵਾਂ ਦੇ ਹਿੰਦੂ ਰਾਜੇ ਸ਼ਾਮਲ ਹੋਏ। ਐਸੇ ਹੀ ਜੰਗ ਵਿੱਚ ਪਹਾੜੀ ਰਾਜਿਆਂ ਨੇ ਇੱਕ ਸ਼ਰਾਬੀ ਹਾਥੀ ਕੋਲੋਂ ਆਨੰਦਗੜ੍ਹ ਕਿਲੇ ਦਾ ਦਰਵਾਜ਼ਾ ਤੋੜਨ ਦੀ ਵਿਉਂਤ ਕਾੜੀ ਸੀ, ਪਰ ਇਸ ਖੋਟੀ ਚਾਲ ਵਿੱਚ ਵੀ ਪਹਾੜੀ ਰਾਜੇ ਕਾਮਯਾਬ ਨਾ ਹੋ ਸਕੇ, ਕਿਉਂਕਿ ਗੁਰੂ ਪਿਤਾ ਜੀ ਦੇ ਇੱਕ ਸਿੱਦਕੀ ਸਿੱਖ ਭਾਈ ਬਚਿੱਤਰ ਸਿੰਘ ਜੀ ਨੇ ਐਸੇ ਜੌਹਰ ਵਿਖਾਏ ਕਿ ਉਲਟਾ ਹਿੰਦੂ ਪਹਾੜੀ ਰਾਜਿਆਂ ਦਾ ਹੀ ਭਾਰੀ ਜਾਨੀ ਨੁਕਸਾਨ ਹੋਇਆ ਤੇ ਇਹ ਜੰਗ ਵੀ ਪਹਾੜੀ ਰਾਜੇ ਬੁਰੀ ਤਰ੍ਹਾਂ ਹਾਰ ਗਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵਿਰੁੱਧ ਪੰਜਵੇਂ ਯੁੱਧ ਦੀ ਵਿਉਂਤ ਉਦੋਂ ਕੜੀ ਗਈ ਜਦੋਂ ਚੌਥੀ ਜੰਗ ਵਿੱਚ ਦੁਸ਼ਮਣਾਂ ਦੀ ਕੋਈ ਵਾਹ ਨਾ ਚੱਲੀ ਤਾਂ ਕਹਿਲੂਰ ਦੇ ਰਾਜੇ ਸਮੇਤ ਹੋਰ ਹਿੰਦੂ ਰਾਜਿਆਂ ਨੇ ਇੱਕ ਵਾਰ ਫੇਰ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਪਰ ਘੇਰਾ ਪਾਉਣ ਤੋਂ ਬਾਅਦ ਵੀ ਆਪਣੀ ਵਾਹ ਨਾ ਚੱਲਦੀ ਵੇਖ ਇਹਨਾਂ ਹਿੰਦੂ ਪਹਾੜੀ ਰਾਜਿਆਂ ਨੇ ਗੁਰੂ ਪਿਤਾ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਬਾਹਰ ਕੱਢਣ ਲਈ ਇੱਕ ਹੋਰ ਢੰਗ ਵਰਤਿਆ। ਉਹਨਾਂ ਨੇ ਗਊ ਦੀ ਕਸਮ ਹੇਠ ਗੁਰੂ ਪਿਤਾ ਜੀ ਨੂੰ ਇੱਕ ਪੱਤਰ ਲਿਖਿਆ, ਜਿਸ ਵਿੱਚ ਉਹਨਾਂ ਨੇ ਗੁਰੂ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਉਹ ਕੁਝ ਸਮੇਂ ਲਈ ਸ੍ਰੀ ਅਨੰਦਪੁਰ ਸਾਹਿਬ ਛੱਡ ਜਾਣ ਤੇ ਫਿਰ ਕੁਝ ਚਿਰ ਮਗਰੋਂ ਵਾਪਸ ਆ ਜਾਣ। ਗੁਰੂ ਪਿਤਾ ਜੀ ਨੇ ਇਹ ਸਮਝ ਕੇ ਕਿ ਸ਼ਾਇਦ ਇਹ ਕਸਮਾਂ ਦੇ ਬੱਧੇ ਹੋਏ ਘੇਰਾ ਪਾਈ ਬੈਠੇ ਹਨ ਅਤੇ ਸਾਡੇ ਇੱਥੋਂ ਕੁਝ ਚਿਰ ਚਲੇ ਜਾਣ ਨਾਲ ਆਪਣੀਆਂ ਸੌਹਾਂ ਪੂਰੀਆਂ ਹੋਈਆਂ ਸਮਝ ਕੇ ਘਰੋਂ ਕਰੀ ਤੁਰ ਜਾਣਗੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਹਨਾਂ ਦੀ ਗੱਲ ਮੰਨ ਲਈ ਅਤੇ ਅਨੰਦਪੁਰ ਸਾਹਿਬ ਛੱਡ ਕੇ ਨਿਰਮੋਹਗੜ੍ਹ ਕਿਲੇ ਵਿੱਚ ਆ ਗਏ। ਪਰ ਪਹਾੜੀ ਰਾਜਿਆਂ ਨੇ ਗੁਰੂ ਪਿਤਾ ਜੀ ਤੇ ਹਮਲਾ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਸਿੰਘਾਂ ਨੇ ਸਖਤ ਮੁਕਾਬਲੇ ਤੋਂ ਬਾਅਦ ਹਿੰਦੂ ਰਾਜਿਆਂ ਨੂੰ ਪਛਾੜ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਾਲ ਹੋਈ 6ਵੀਂ ਜੰਗ ਦੌਰਾਨ ਪਹਾੜੀ ਰਾਜਿਆਂ ਨੇ ਲਾਹੌਰ ਦੇ ਹਾਕਮ ਨੂੰ ਵੀ ਆਪਣੀ ਮਦਦ ਲਈ ਬੇਨਤੀ ਕੀਤੀ, ਜਿਸ ਨੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਹਿੰਦੂ ਪਹਾੜੀ ਰਾਜਿਆਂ ਦੀ ਮਦਦ ਲਈ ਭੇਜਿਆ। ਇਸ ਜੰਗ ਵਿੱਚ ਵੀ ਪਹਾੜੀ ਹਿੰਦੂ ਰਾਜਿਆਂ ਅਤੇ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਸਫਲਤਾ ਨਾ ਮਿਲੀ। ਗੁਰੂ ਪਿਤਾ ਜੀ ਦਾ 7ਵਾਂ ਯੁੱਧ ਉਦੋਂ ਹੋਇਆ ਜਦੋਂ ਨਿਰਮੋਹਗੜ੍ਹ ਕਿਲੇ ਤੋਂ ਬਾਅਦ ਗੁਰੂ ਪਿਤਾ ਜੀ ਬਸੌਲੀ ਚਲੇ ਗਏ। ਇੱਥੇ ਫਿਰ ਪਹਾੜੀ ਰਾਜਿਆਂ ਵੱਲੋਂ ਗੁਰੂ ਪਿਤਾ ਜੀ ਤੇ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਇੱਕ ਵਾਰ ਫਿਰ ਹਮਲਾਵਰਾਂ ਨੂੰ ਮੂੰਹ ਦਿਖਾਣੀ ਪਈ। 8ਵੇਂ ਯੁੱਧ ਦੇ ਵੇਲੇ 1702 ਈਸਵੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੁਰੂਕਸ਼ੇਤਰ ਤੋਂ ਆਉਂਦੇ ਹੋਏ ਲਗਭਗ 500 ਸਿੰਘਾਂ ਸਮੇਤ ਚਮਕੌਰ ਸਾਹਿਬ ਵਿੱਚ ਠਹਿਰੇ ਸਨ। ਉਸ ਵੇਲੇ ਮੁਗਲ ਜਰਨੈਲ ਆਲਿਫ ਖਾਨ ਅਤੇ ਸੈਯਦ ਬੇਗ ਫੌਜ ਦੀ ਇੱਕ ਵੱਡੀ ਟੁਕੜੀ ਲੈ ਕੇ ਲਾਹੌਰ ਤੋਂ ਦਿੱਲੀ ਜਾ ਰਹੇ ਸਨ। ਕਹਿਲੂਰ ਦੇ ਪਹਾੜੀ ਰਾਜੇ ਅਤੇ ਕੁਝ ਹੋਰ ਪਹਾੜੀ ਰਾਜਿਆਂ ਨੇ ਆਲਿਫ ਖਾਨ ਅਤੇ ਸੈਯਦ ਬੇਗ ਨੂੰ ਚੌਖੀ ਰਕਮ ਦੇਣਾ ਪ੍ਰਵਾਨ ਕਰਕੇ ਉਹਨਾਂ ਨੂੰ ਗੁਰੂ ਪਿਤਾ ਜੀ ਉੱਪਰ ਹਮਲਾ ਕਰਨ ਲਈ ਉਕਸਾਇਆ ਤੇ ਅੰਤ ਵਿੱਚ ਆਲਿਫ ਖਾਨ ਨੂੰ ਜੰਗ ਵਿੱਚ ਹਾਰ ਖਾ ਕੇ ਉੱਥੋਂ ਭੱਜਣਾ ਪਿਆ। ਪਿਛਲੀ ਜੰਗ ਦੇ ਸਿੱਟੇ ਵਜੋਂ ਪਹਾੜੀ ਹਿੰਦੂ ਰਾਜਿਆਂ ਨੂੰ ਨਾ ਕੇਵਲ ਨਿਰਾਸ਼ਤਾ ਹੋਈ, ਸਗੋਂ ਉਹਨਾਂ ਨੂੰ ਆਪਣੀ ਨਕਲੀ ਦੋਸਤੀ ਦੇ ਪਾਜ ਖੁੱਲ੍ਹਣ ਉੱਤੇ ਸ਼ਰਮਿੰਦਗੀ ਵੀ ਹੋਈ। ਪਰ ਕੁਝ ਚਿਰ ਬਾਅਦ ਹੀ ਫਿਰ ਉਹਨਾਂ ਨੇ ਗੁਰੂ ਪਿਤਾ ਜੀ ਉੱਪਰ ਨੌਵਾਂ ਹਮਲਾ ਕਰ ਦਿੱਤਾ। ਇਸ ਵਾਰ ਫਿਰ ਸਿੰਘਾਂ ਨੇ, ਜੋ ਗਿਣਤੀ ਵਿੱਚ ਕਾਫੀ ਘੱਟ ਸਨ, ਦੁਸ਼ਮਣਾਂ ਨੂੰ ਕਰਾਰੀ ਹਾਰ ਦਿੱਤੀ, ਜਿਸ ਕਾਰਨ ਪਹਾੜੀ ਹਿੰਦੂ ਰਾਜਿਆਂ ਨੂੰ ਭਾਰੀ ਜਾਨੀ ਨੁਕਸਾਨ ਉਠਾਉਣਾ ਪਿਆ। ਪਿਛਲੀ ਇੰਨੀਆਂ ਜੰਗਾਂ ਵਿੱਚ ਹਾਰ ਖਾਣ ਤੋਂ ਬਾਅਦ ਹੁਣ ਹਿੰਦੂ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਕੋਲੋਂ ਫੌਜੀ ਸਹਾਇਤਾ ਮੰਗੀ ਤੇ ਇਸ ਜੰਗ ਵਿੱਚ ਹੋਣ ਵਾਲਾ ਸਾਰਾ ਖਰਚ ਵੀ ਪਹਾੜੀ ਰਾਜਿਆਂ ਨੇ ਆਪ ਦੇਣਾ ਪ੍ਰਵਾਨ ਕਰ ਲਿਆ। ਔਰੰਗਜ਼ੇਬ ਨੇ ਇਸ ਜੰਗ ਵਿੱਚ ਸੈਦ ਖਾਨ ਨੂੰ ਫੌਜ ਦੇ ਕੇ ਗੁਰੂ ਪਿਤਾ ਜੀ ਨੂੰ ਗ੍ਰਿਫਤਾਰ ਕਰਨ ਲਈ ਭੇਜਿਆ। ਸੈਦ ਖਾਨ ਪੀਰ ਬੁੱਧੂ ਸ਼ਾਹ ਜੀ ਦਾ ਰਿਸ਼ਤੇ ਵਿੱਚ ਸਾਲਾ ਲੱਗਦਾ ਸੀ। ਜੰਗ ਤੋਂ ਪਹਿਲਾਂ ਜਦੋਂ ਸੈਦ ਖਾਨ ਆਪਣੀ ਭੈਣ ਨੂੰ ਮਿਲਣ ਲਈ ਗਿਆ ਤਾਂ ਉਸ ਦੀ ਭੈਣ ਨੇ ਉਸ ਨੂੰ ਸਮਝਾਇਆ ਕਿ ਉਹ ਗੁਰੂ ਪਿਤਾ ਜੀ ਉੱਪਰ ਹਮਲਾ ਨਾ ਕਰੇ, ਕਿਉਂਕਿ ਗੁਰੂ ਜੀ ਉੱਚ ਕਰਨੀ ਦੇ ਜ਼ਾਹਰਾ ਪੀਰ ਹਨ। ਪਰ ਸੈਦ ਖਾਨ ਨੇ ਆਪਣੀ ਭੈਣ ਦੀਆਂ ਗੱਲਾਂ ਤੇ ਵਿਸ਼ਵਾਸ ਨਾ ਕੀਤਾ ਤੇ ਗੁਰੂ ਪਿਤਾ ਜੀ ਦੇ ਵਿਰੁੱਧ ਲੜਾਈ ਸ਼ੁਰੂ ਕਰ ਦਿੱਤੀ। ਸਾਰਾ ਦਿਨ ਦੀ ਭਿਆਨਕ ਜੰਗ ਤੋਂ ਬਾਅਦ ਸੈਦ ਖਾਨ ਨੇ ਆਪਣੇ ਮਨ ਵਿੱਚ ਸੋਚਿਆ ਕਿ ਜੇਕਰ ਗੁਰੂ ਜੀ ਸੱਚੀ ਵਿੱਚ ਅੰਤਰਜਾਮੀ ਹਨ ਤਾਂ ਉਹ ਘੋੜੇ ਤੇ ਸਵਾਰ ਹੋ ਕੇ ਮੈਨੂੰ ਦਰਸ਼ਨ ਦੇਣ। ਜਿਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮੈਦਾਨੇ ਜੰਗ ਵਿੱਚ ਸੈਦ ਖਾਨ ਦੇ ਸਾਹਮਣੇ ਆ ਖੜੇ ਹੋਏ। ਗੁਰੂ ਪਿਤਾ ਜੀ ਨੂੰ ਵੇਖਦੇ ਹੀ ਸੈਦ ਖਾਨ ਉੱਚੀ ਉੱਚੀ ਪੁਕਾਰਨ ਲੱਗਾ ਕਿ ਖੁਦਾ ਆਇਆ ਹੈ। ਉਹ ਗੁਰੂ ਪਿਤਾ ਜੀ ਨੂੰ ਵੇਖਦਿਆਂ ਹੀ ਉਹਨਾਂ ਦਾ ਮੁਰੀਦ ਬਣ ਗਿਆ ਤੇ ਉਸ ਨੇ ਹਥਿਆਰ ਰੱਖ ਕੇ ਗੁਰੂ ਪਿਤਾ ਜੀ ਨੂੰ ਸਿਜਦਾ ਕੀਤਾ ਅਤੇ ਆਪਣੀ ਫੌਜ ਦੀ ਕਮਾਨ ਛੱਡ ਕੇ ਚਲਾ ਗਿਆ। ਸੈਦ ਖਾਨ ਦੇ ਚਲੇ ਜਾਣ ਮਗਰੋਂ ਦੁਸ਼ਮਣ ਸੈਨਾ ਦੀ ਕਮਾਨ ਰਮਜ਼ਾਨ ਖਾਨ ਨੇ ਸੰਭਾਲੀ, ਪਰ ਸਖਤ ਮੁਕਾਬਲੇ ਤੋਂ ਬਾਅਦ ਦੁਸ਼ਮਣ ਫੌਜ ਨੂੰ ਹਾਰ ਖਾ ਕੇ ਨਸਣਾ ਪਿਆ।
ਪਿਛਲੇ ਸਾਰੇ ਯੁੱਧਾਂ ਵਿੱਚ ਸਿੰਘਾਂ ਦੀਆਂ ਜਿੱਤਾਂ ਦੀ ਖਬਰਾਂ ਬਾਦਸ਼ਾਹ ਔਰੰਗਜ਼ੇਬ ਨੂੰ ਉਸਦੇ ਆਪਣੇ ਸਰੋਤਾਂ ਰਾਹੀਂ ਲਗਾਤਾਰ ਪਹੁੰਚ ਰਹੀਆਂ ਸਨ। ਦੂਜੇ ਪਾਸੇ ਹਿੰਦੂ ਪਹਾੜੀ ਰਾਜੇ ਵੀ ਗੁਰੂ ਪਿਤਾ ਜੀ ਦੇ ਵਿਰੁੱਧ ਅਕਸਰ ਔਰੰਗਜ਼ੇਬ ਦੇ ਕੰਨ ਭਰਦੇ ਰਹਿੰਦੇ ਸਨ। ਇਹਨਾਂ ਸਭ ਗੱਲਾਂ ਦੇ ਮਿਲਵੇਂ ਪ੍ਰਭਾਵ ਸਦਕਾ ਔਰੰਗਜ਼ੇਬ ਨੇ ਲਾਹੌਰ, ਜੰਮੂ, ਕਸ਼ਮੀਰ, ਮੁਲਤਾਨ ਅਤੇ ਸਰਹੰਦ ਦੇ ਸੂਬੇਦਾਰਾਂ ਨੂੰ ਅਨੰਦਪੁਰ ਸਾਹਿਬ ਚੜ੍ਹਾਈ ਕਰਨ ਦਾ ਹੁਕਮ ਦੇ ਦਿੱਤਾ। ਰੋਪੜ ਦੇ ਲਾਗੇ ਹਿੰਦੂ ਪਹਾੜੀ ਰਾਜੇ ਵੀ ਆਪਣੀਆਂ ਫੌਜਾਂ ਲੈ ਕੇ ਉਹਨਾਂ ਨਾਲ ਰਲ ਗਏ। ਸਾਰਿਆਂ ਨੇ ਮਿਲ ਕੇ ਸ੍ਰੀ ਅਨੰਦਪੁਰ ਸਾਹਿਬ ਤੇ ਬੜਾ ਵੱਡਾ ਹੱਲਾ ਬੋਲਿਆ। ਦੁਸ਼ਮਣ ਫੌਜਾਂ ਨੂੰ ਇਹ ਯਕੀਨ ਸੀ ਕਿ ਸਿੱਖ ਫੌਜ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕੇਗੀ ਤੇ ਗੁਰੂ ਪਿਤਾ ਜੀ ਛੇਤੀ ਹੀ ਆਤਮ ਸਮਰਪਣ ਕਰ ਦੇਣਗੇ। ਦੂਜੇ ਬੰਨੇ ਗੁਰੂ ਪਿਤਾ ਜੀ ਨੇ ਵੀ ਖਤਰੇ ਨੂੰ ਵੇਖਦੇ ਹੋਏ ਬੜੀ ਮਜ਼ਬੂਤ ਮੋਰਚੇਬੰਦੀ ਕਰ ਲਈ ਸੀ। ਜੰਗ ਆਰੰਭ ਹੋਣ ਤੋਂ ਬਾਅਦ ਦੋਵੇਂ ਪਾਸਿਆਂ ਤੋਂ ਹਮਲਾ ਸ਼ੁਰੂ ਹੋ ਗਿਆ। 94 ਸਿੱਖ ਜਰਨੈਲ ਵੈਰੀ ਦਲ ਦਾ ਮੁਕਾਬਲਾ ਬੜੀ ਬਹਾਦਰੀ ਨਾਲ ਕਰ ਰਹੇ ਸਨ। ਗੁਰੂ ਪਿਤਾ ਜੀ ਦੇ ਸਿੰਘ ਉੱਚੀ ਥਾਂ ਤੇ ਹੋਣ ਕਰਕੇ ਦੁਸ਼ਮਣਾਂ ਨੂੰ ਚੁਣ ਕੇ ਤੀਰਾਂ ਨਾਲ ਫੁੰਡ ਰਹੇ ਸਨ। ਆਖਰਕਾਰ ਵੈਰੀ ਦਲ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ। ਇਸ ਉਪਰੰਤ ਪਹਾੜੀ ਰਾਜਿਆਂ ਨੇ ਮੁਗਲ ਜਰਨੈਲਾਂ ਨੂੰ ਸਲਾਹ ਦਿੱਤੀ ਕਿ ਸਿੱਧੀ ਲੜਾਈ ਨਾਲੋਂ ਘੇਰਾ ਪਾ ਕੇ ਬੈਠਣਾ ਚੰਗਾ ਰਹੇਗਾ। ਸੋ ਹੁਣ ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਬੜਾ ਸਖਤ ਘੇਰਾ ਪਾ ਲਿਆ। ਇਹ ਘੇਰਾ ਕਈ ਮਹੀਨੇ ਤੱਕ ਜਾਰੀ ਰਿਹਾ। ਘੇਰਾ ਲੰਮਾ ਹੋ ਜਾਣ ਕਰਕੇ ਸਿੰਘਾਂ ਕੋਲ ਰਾਸ਼ਨ ਪਾਣੀ ਖਤਮ ਹੋਣ ਲੱਗਾ, ਜਿਸ ਕਰਕੇ ਅਨੰਦਪੁਰ ਕਿਲੇ ਦੇ ਅੰਦਰਲੇ ਹਾਲਾਤ ਬੜੇ ਨਾਜ਼ੁਕ ਬਣ ਗਏ। ਪਰ ਘੇਰਾ ਪਾ ਕੇ ਬੈਠੇ ਮੁਗਲਾਂ ਦੇ ਹਾਲਾਤ ਵੀ ਬੜੇ ਮਾੜੇ ਸਨ। ਕਦੇ ਗਰਮੀ, ਕਦੇ ਬਰਸਾਤਾਂ, ਕਦੇ ਅੱਤ ਦੀ ਹੁਮਸ, ਕਦੇ ਕੜਾਕੇ ਦੀ ਸਰਦੀ। ਬਦਲਦੇ ਮੌਸਮਾਂ ਦੇ ਇਸੇ ਮਿਜ਼ਾਜ ਤੋਂ ਦੁਸ਼ਮਣ ਫੌਜ ਵੀ ਡਾਢੀ ਪਰੇਸ਼ਾਨ ਸੀ। ਅਖੀਰ ਹਿੰਦੂ ਪਹਾੜੀ ਰਾਜੇ ਅਤੇ ਮੁਗਲ ਇਸ ਸਿੱਟੇ ਤੇ ਪੁੱਜੇ ਕਿ ਗੁਰੂ ਪਿਤਾ ਜੀ ਕੋਲੋਂ ਸਿਰਫ ਧੋਖੇ ਨਾਲ ਹੀ ਅਨੰਦਪੁਰ ਕਿਲਾ ਖਾਲੀ ਕਰਵਾਇਆ ਜਾ ਸਕਦਾ ਹੈ, ਲੜਾਈ ਲੜਕੇ ਨਹੀਂ। ਇਸ ਤੋਂ ਬਾਅਦ ਸਾਰਿਆਂ ਨੇ ਸਲਾਹ ਕਰਕੇ ਇੱਕ ਬ੍ਰਾਹਮਣ ਤੇ ਇੱਕ ਸੈਯਦ ਨੂੰ ਗੁਰੂ ਜੀ ਪਾਸ ਭੇਜਿਆ। ਉਹਨਾਂ ਨੇ ਗਊ ਤੇ ਕੁਰਾਨ ਦੀ ਕਸਮ ਖਾ ਕੇ ਕਿਹਾ ਕਿ ਅਨੰਦਪੁਰ ਕਿਲਾ ਖਾਲੀ ਕਰ ਦੇਣ ਦੀ ਸੂਰਤ ਵਿੱਚ ਗੁਰੂ ਪਿਤਾ ਜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਅੰਤਰਜਾਮੀ ਗੁਰੂ ਪਿਤਾ ਜੀ ਇਹਨਾਂ ਦੀ ਚਾਲਾਂ ਤੋਂ ਵਾਕਿਫ ਸਨ, ਪਰ ਫਿਰ ਵੀ ਧਾਰਮਿਕ ਚਿੰਨ੍ਹਾਂ ਭਾਵ ਗਊ ਤੇ ਕੁਰਾਨ ਦਾ ਸਤਿਕਾਰ ਕਰਦੇ ਹੋਏ ਗੁਰੂ ਪਿਤਾ ਜੀ ਨੇ ਅਨੰਦਪੁਰ ਕਿਲਾ ਖਾਲੀ ਕਰ ਦੇਣ ਦਾ ਫੈਸਲਾ ਕਰ ਲਿਆ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣੇ ਪਰਿਵਾਰ ਅਤੇ ਸਿੰਘਾਂ ਸਮੇਤ ਅਜੇ ਅਨੰਦਪੁਰ ਕਿਲੇ ਤੋਂ ਕੁਝ ਦੂਰ ਹੀ ਪੁੱਜੇ ਸਨ ਕਿ ਵੈਰੀਆਂ ਨੇ ਸਭ ਕਸਮਾਂ ਅਤੇ ਲਿਖਤੀ ਵਾਅਦਿਆਂ ਨੂੰ ਛੀਕੇ ਟੰਗ ਕੇ ਉਹਨਾਂ ਉੱਤੇ ਹਮਲਾ ਕਰ ਦਿੱਤਾ। ਇਸੇ ਹਮਲੇ ਦਾ ਜਵਾਬ ਗੁਰੂ ਪਿਤਾ ਜੀ ਤੇ ਉਹਨਾਂ ਦੇ ਸਿੰਘਾਂ ਨੇ ਸਰਸਾ ਦਰਿਆ ਦੇ ਕੰਢੇ ਤੇ ਦਿੱਤਾ। ਉਹਨਾਂ ਦਿਨਾਂ ਵਿੱਚ ਭਾਰੀ ਬਾਰਿਸ਼ ਹੋਣ ਕਰਕੇ ਸਰਸਾ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ, ਜਿਸ ਕਾਰਨ ਇਸ ਨੂੰ ਪਾਰ ਕਰਨਾ ਸਭ ਵਾਸਤੇ ਕਾਫੀ ਔਖਾ ਹੋ ਗਿਆ ਸੀ। ਸਰਸਾ ਨਦੀ ਦੇ ਕੰਢੇ ਬੜੀ ਭਿਆਨਕ ਜੰਗ ਹੋਈ। ਗੁਰੂ ਪਿਤਾ ਜੀ ਦੇ ਕਈ ਪਿਆਰੇ ਗੁਰਸਿੱਖ ਸ਼ਹੀਦ ਹੋ ਗਏ। ਗੁਰੂ ਪਿਤਾ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ। ਗੁਰੂ ਘਰ ਦਾ ਬਹੁਤ ਭਾਰੀ ਨੁਕਸਾਨ ਹੋਇਆ। ਪਰ ਇਸ ਵਾਰ ਵੀ ਦੁਸ਼ਮਣ ਫੌਜ ਗੁਰੂ ਪਿਤਾ ਜੀ ਨੂੰ ਫੜਨ ਵਿੱਚ ਨਾਕਾਮਯਾਬ ਰਹੀ। ਸਰਸਾ ਨਦੀ ਦੇ ਕੰਢੇ ਤੇ ਹੋਈ ਜੰਗ ਤੋਂ ਬਾਅਦ ਗੁਰੂ ਪਿਤਾ ਜੀ ਦੀ 13ਵੀਂ ਜੰਗ ਚਮਕੌਰ ਸਾਹਿਬ ਵਿਖੇ ਹੋਈ। ਸ੍ਰੀ ਚਮਕੌਰ ਸਾਹਿਬ ਪਹੁੰਚਦੇ ਤੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਕੇਵਲ 40 ਸਿੰਘ ਹੀ ਰਹਿ ਗਏ ਸਨ। ਇਸ ਤੋਂ ਬਾਅਦ ਵੀ ਗੁਰੂ ਪਿਤਾ ਜੀ ਤੇ ਉਹਨਾਂ ਦੇ 40 ਯੋਧਿਆਂ ਨੇ ਇੱਕ ਉੱਚੀ ਥਾਂ ਤੇ ਸਥਿਤ ਕੱਚੀ ਗੜੀ ਵਿੱਚ ਬੈਠ ਕੇ ਲੱਖਾਂ ਦੀ ਗਿਣਤੀ ਵਿੱਚ ਆਏ ਹਮਲਾਵਰਾਂ ਦਾ ਭਰਪੂਰ ਮੁਕਾਬਲਾ ਕੀਤਾ। ਐਸੇ ਜੰਗ ਵਿੱਚ ਹੀ ਗੁਰੂ ਪਿਤਾ ਜੀ ਦੇ ਦੋਨੋਂ ਵੱਡੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਵੈਰੀਆਂ ਦਾ ਡਟ ਕੇ ਸਾਹਮਣਾ ਕਰਦੇ ਹੋਏ ਸ਼ਹੀਦੀ ਪਾਈ ਸੀ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਫੜਨ ਜਾਂ ਜਾਨੀ ਨੁਕਸਾਨ ਪਹੁੰਚਾਉਣ ਵਿੱਚ ਵੈਰੀ ਦਲ ਇੱਕ ਵਾਰ ਫੇਰ ਨਾਕਾਮਯਾਬ ਰਿਹਾ। ਗੁਰੂ ਪਿਤਾ ਜੀ ਦੇ ਜੀਵਨ ਦੀ ਆਖਰੀ ਜੰਗ ਉਸ ਵੇਲੇ ਹੋਈ ਜਦੋਂ ਖਾਲਸਾ ਪੰਥ ਦੇ ਹੁਕਮ ਨਾਲ ਗੁਰੂ ਪਿਤਾ ਜੀ ਮੁਗਲਾਂ ਦੇ ਘੇਰੇ ਵਿੱਚੋਂ ਚਮਕੌਰ ਦੀ ਗੜੀ ਛੱਡ ਗਏ ਤੇ ਸੂਬਾ ਸਰਹੰਦ ਨੇ ਆਪਣੀ ਫੌਜ ਗੁਰੂ ਜੀ ਦੀ ਭਾਲ ਵਿੱਚ ਲਗਾ ਦਿੱਤੀ। ਗੁਰੂ ਪਾਤਸ਼ਾਹ ਜੀ ਕਈ ਥਾਵਾਂ ਤੋਂ ਹੁੰਦੇ ਹੋਏ ਖਿਦਰਾਣੇ ਦੀ ਢਾਬ ਪੁੱਜੇ। ਸਰਬੰਸਦਾਨੀ ਗੁਰੂ ਪਿਤਾ ਜੀ ਦੇ ਵਿਰੁੱਧ ਇਹ ਵੱਡਾ ਹਮਲਾ 1705 ਈਸਵੀ ਨੂੰ ਮਈ ਦੇ ਮਹੀਨੇ ਵਿੱਚ ਖਿਦਰਾਣੇ ਦੀ ਢਾਬ ਵਿਖੇ ਹੋਇਆ, ਜਿਹਨੂੰ ਅੱਜ ਅਸੀਂ ਮੁਕਤਸਰ ਸਾਹਿਬ ਦੇ ਨਾਂ ਨਾਲ ਵੀ ਜਾਣਦੇ ਹਾਂ। ਵੈਰੀ ਦਲ ਦੀ ਗਿਣਤੀ ਹਜ਼ਾਰਾਂ ਵਿੱਚ ਸੀ, ਜੋ ਮੁਕਾਬਲੇ ਵਿੱਚ ਬੈਠੇ ਸਿੰਘਾਂ ਦੀ ਗਿਣਤੀ ਤੋਂ ਕਈ ਜ਼ਿਆਦਾ ਸੀ। ਇਸ ਜੰਗ ਵਿੱਚ ਮੁਗਲਾਂ ਦਾ ਟਾਕਰਾ ਭਾਈ ਮਹਾਂ ਸਿੰਘ ਜੀ ਦੀ ਅਗਵਾਈ ਵਿੱਚ
ਆਏ ਹੋਏ ਉਹਨਾਂ 40 ਸਿੰਘਾਂ ਦੇ ਨਾਲ ਹੋਇਆ ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਪਿਤਾ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ। ਪਰ ਇਸ ਜੰਗ ਵਿੱਚ ਗੁਰੂ ਪਿਤਾ ਜੀ ਦੇ ਪਿਆਰੇ ਸਿੰਘਾਂ ਨੇ ਐਸੇ ਜੌਹਰ ਵਿਖਾਏ ਕਿ ਸਖਤ ਲੜਾਈ ਤੋਂ ਬਾਅਦ ਮੁਗਲ ਸੈਨਾ ਨੂੰ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੀ 14 ਜੰਗਾਂ ਵਿੱਚੋਂ ਕਿਸੇ ਵੀ ਜੰਗ ਵਿੱਚ ਪਹਿਲਾ ਹਮਲਾ ਨਹੀਂ ਕੀਤਾ। ਸਾਰੀਆਂ ਹੀ ਜੰਗਾਂ ਵਿੱਚ ਹਿੰਦੂ ਪਹਾੜੀ ਰਾਜਿਆਂ ਜਾਂ ਉਹਨਾਂ ਨਾਲ ਮਿਲ ਕੇ ਮੁਗਲਾਂ ਨੇ ਗੁਰੂ ਪਿਤਾ ਜੀ ਉੱਪਰ ਸਭ ਤੋਂ ਪਹਿਲੇ ਹਮਲੇ ਕੀਤੇ। ਸਾਰੇ ਹੀ ਤੱਥਾਂ ਨੂੰ ਧਿਆਨ ਨਾਲ ਵਾਚਿਆ ਜਾਏ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵਿਰੁੱਧ ਹੋਏ ਯੁੱਧਾਂ ਲਈ ਸਭ ਤੋਂ ਜ਼ਿਆਦਾ ਪਹਾੜੀ ਹਿੰਦੂ ਰਾਜੇ ਤੇ ਫਿਰ ਮੁਗਲ ਸ਼ਾਸਕ ਦੋਨੋਂ ਹੀ ਜ਼ਿੰਮੇਵਾਰ ਸਨ। ਦਸ਼ਮੇਸ਼ ਪਿਤਾ ਜੀ ਦੀ ਕੋਈ ਵੀ ਜੰਗ ਇਸਲਾਮ ਵਿਰੁੱਧ ਜਾਂ ਹਿੰਦੂ ਧਰਮ ਦੇ ਵਿਰੁੱਧ ਨਹੀਂ ਸੀ, ਸਗੋਂ ਸਮੁੱਚੀ ਮਨੁੱਖਤਾ ਦੀ ਭਲਾਈ ਅਤੇ ਮਨੁੱਖੀ ਹੱਕਾਂ ਲਈ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਿਸੇ ਵੀ ਧਰਮ ਜਾਂ ਫਿਰਕੇ ਦੇ ਵਿਰੋਧੀ ਨਹੀਂ ਸਨ ਤੇ ਨਾ ਹੀ ਕਿਸੇ ਦੇਸ਼ ਲਈ ਲੜੇ ਸਨ। ਸ਼ਾਹੇ ਸ਼ਹਿਨਸ਼ਾਹ ਗੁਰੂ ਪਿਤਾ ਜੀ ਤਾਂ ਸਿਰਫ ਸਮੁੱਚੀ ਲੋਕਾਈ ਦਾ ਭਲਾ ਕਰਨ ਇਸ ਦੁਨੀਆ ਤੇ ਆਏ ਸਨ, ਜਿਸ ਬਾਰੇ ਗੁਰੂ ਪਿਤਾ ਜੀ ਨੇ ਆਪ ਆਪਣੀ ਕਲਮ ਨਾਲ ਸਪਸ਼ਟ ਕੀਤਾ ਹੈ। ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ, जहाँ तहाँ तुम धर्म बिथारो, दुष्ट दोखियन पकर पछारो, याही काज धरा हम जन्मंग, समझ लेहो साधु सब मनमंग, धर्म चलावन संत उबारन, दुष्ट सबन को मूल उपारन। वाहिगुरु जी का खालसा, वाहिगुरु जी की फतेह।